एक मिनट हमारे वाला रह गया लाइव कर लेना कर उधर ही खड़ जा पटवारी इत्थे ना खड़ बस इत्थे रुक जा इधर उस इधर इधर करना करी करी जी सब तो पहला चंडीगढ़ के सारे मीडिया का फोटोग्राफर साहबान सोशल मीडिया तो जिन्हें भी मित्र आए ने इलैक्ट्रॉनिक तो प्रिंट तो सारिਆਂ ਦਾ बहुत बहुत धन्यवाद ਤੇ स्वागत है शॉर्ट नोटिस ਤੇ ਤੁਸੀਂ ਇੱਥੇ ਪਹੁੰਚੇ ਹੋ ਅੱਜ जिस मुद्दे ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਪਿਆਰ ਕਰਨ ਵਾਲੇ ਲੱਖਾਂ ਪੰਜਾਬੀਆਂ ਨੂੰ ਇਹ ਗੱਲ ਦੱਸਣੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਹੱਕਾਂ 'ਤੇ ਜਿਹੜਾ ਡਾਕਾ ਵੱਜ ਰਿਹਾ ਹੈ। ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ ਫਿਰ ਸੈਂਟਰ ਸਰਕਾਰ ਦੇ ਵੀ ਦੱਸਾਂਗੇ ਜਿਹੜੇ ਉਹ ਸੰਘੀ ਘੁੱਟ ਰਹੇ ਨੇ ਸੰਘੀ ਢਾਂਚੇ ਦੀ। ਪੰਜਾਬ 'ਚ ਰੀਸੈਂਟਲੀ ਦੋ ਘੁਟਾਲੇ ਸਾਹਮਣੇ ਆਏ ਨੇ ਦੋ ਘਪਲੇ ਸਾਹਮਣੇ ਆਏ ਨੇ। ਇੱਕ ਨਕਲੀ ਬੀਜਾਂ ਦਾ ਘੁਟਾਲਾ ਜਿਹੜਾ ਕਿ ਐਗਰੀਕਲਚਰ ਮਿਨਿਸਟਰੀ ਨਾਲ ਰਿਲੇਟਡ ਹੈ ਉਹਦੇ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਖੁਦ ਨੇ। ਦੂਜਾ ਐਕਸਾਈਜ਼ ਦਾ ਘੁਟਾਲਾ ਜਿਹਨੂੰ ਕਾਫੀ ਤੁਸੀਂ ਵੀ ਕਵਰ ਕੀਤਾ ਪਿਛਲੇ ਦਿਨੀ ਕੈਬਨਿਟ ਦੀਆਂ ਮੀਟਿੰਗਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਵਾਕਆਊਟ ਮਾਫੀਆਂ ਸਭ ਜੋ ਵੀ ਹੋਇਆ ਤੁਹਾਡੇ ਸਾਹਮਣੇ ਸੀਗਾ। ਐਕਸਾਈਜ਼ ਦੇ ਮਿਨਿਸਟਰ ਵੀ ਕੈਪਟਨ ਅਮਰਿੰਦਰ ਸਿੰਘ ਨੇ यानी कि दो घोटाले सामने आए दोनों के मिनिस्टर जिहड़े ने कैप्टन अमरिंदर सिंह जी ने तो वो जांच वास्ते कहते SIT बनाई है हुण जिहड़ी कल इन्होंने प्रेस कॉन्फ्रेंस की है। कैप्टन अमरिंदर सिंह आपके खिलाफ ही जांच करवाउणगे किवें यकीन कर लैण लोग ये जबकि वो तो अजे तक मजीठीए के खिलाफ जांच नहीं होण दे रहे उन्होंने अपने मिनिस्टर कह रहे हैं उन्होंने अपने MLA कह रहे हैं कि क्यों नहीं होण दे रहे तुसीं असीं किहड़ा मूँह लैके जावांगे लोकां कोले सानूं लोक हुण जिहड़े ने पिंडां दे विच वड़न नहीं दिंदे कि तुसीं कीते होए वादिआं तो मुकर गए। और जिहड़ा SIT दा चेयरपर्सन हैगा वो अपने ही मंत्री बनाया वो भी माइनिंग दे उहदे ते दोष लगदे ने। वो मंत्री दी की मतलब हैसियत होऊगी मुख मंत्री दे सामने कि वो मुख मंत्री दे विरुद्ध जांच कर ले। तो पहली गल तो असीं सुप्रीम कोर्ट के किसी सिटिंग जज तो यदी जी जांच की मंग करते हैं। तो नंबर 2 तो सुखजिंदर रंधावा जी तो जेल मंत्री ने तो बीजां के घोटाले च नाम उन्हों का आउंदा है। जेल मंत्री के घोटाले तो जिहड़े आपां सुणदे रहने वो तो फिर जेल च मोबाइल जेल च नशे जेल दे विच कोई होर गैंगस्टर या कोई फलाना तिमका इदां दे जेलों के घोटाले आंदे तां ਆਪਾਂ ਨੂੰ ਪਹਿਲਾਂ ਖਬਰਾਂ ਆਉਂਦੀਆਂ ਸੀ। ਜੇਲ੍ਹ ਮੰਤਰੀ ਬੀਜਾਂ ਦੇ ਘੁਟਾਲੇ 'ਚ ਆ ਗਿਆ ਜੀ ਜਿਹਦਾ ਕਿ ਮਿਨਿਸਟਰ ਚੀਫ ਮਿਨਿਸਟਰ ਹੈ ਐਗਰੀਕਲਚਰ ਮਿਨਿਸਟਰ। ਜਾਂ ਤਾਂ ਫਿਰ ਕੈਪਟਨ ਸਾਹਿਬ ਨੂੰ ਇਸ ਗੱਲ ਦਾ ਪਤਾ ਸੀ ਜਾਂ ਫਿਰ ਬਿਲਕੁਲ ਨਹੀਂ ਪਤਾ ਸੀ। ਕੈਪਟਨ ਸਾਹਿਬ ਇਹ ਸਟੈਂਡ ਸਪਸ਼ਟ ਕਰ ਦੇਣ ਜੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਸੀ ਉਹਨਾਂ ਨੂੰ ਹਨੇਰੇ 'ਚ ਰੱਖ ਕੇ ਘੁਟਾਲਾ ਹੋਇਆ ਤਾਂ ਫਿਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਮੰਗ ਕਰਦੇ ਹਾਂ सुखजिंदर रंधावा नूं तुरंत प्रभाव ते इमीडिएटली कैबिनेट चों कढ़िया जाए क्योंकि जो कैबिनेट दे विच मंत्री रहणगे ते उस वेले पैरल उन्हां दी जांच होऊगी SIT करूगी जिहड़ी तां फिर वो तां जांच नूं प्रभावित करनगे। फिर जिस तरह ये भी मंग करते रहे कांग्रेस वाले अकालियां दे राज वेले कि जी पहलां तोता सिंह इस्तीफा देवे फिर जांच होऊगी। यही घपले बीजा अपना नकली
ਬੀਜਾਂ ਦੇ, ਨਕਲੀ ਦਵਾਈਆਂ ਦੇ, ਪਹਿਲਾਂ ਅਕਾਲੀਆਂ ਦੇ ਵੇਲੇ ਵੀ ਹੁੰਦੇ ਰਹੇ ਨੇ, ਤੇ ਉਦੋਂ ਵੀ ਕਲੀਨ ਚਿੱਟ ਆਪਣੇ ਆਪ ਹੀ ਦੇ ਦਿੰਦੇ ਸੀ। ਤੇ ਹੁਣ ਉਹ ਜਿਹੜਾ ਕੁੜਤਾ ਕਲੀਨ ਚਿੱਟਾਂ ਵਾਲਾ, ਜਿਹੜੇ ਕੁੜਤੇ ਦੀਆਂ ਜੇਬਾਂ 'ਚ ਕਲੀਨ ਚਿੱਟਾਂ ਨੇ, ਜਿਹੜਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਪਾਇਆ ਹੋਇਆ ਸੀ, ਉਹੀ ਕੁੜਤਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਪਾਇਆ ਹੋਇਆ, ਉਹ ਵੀ ਕੱਢ ਕਲੀਨ ਚਿੱਟਾਂ ਦੇਈ ਜਾਂਦਾ ਜੀ। ਤਾਂ ਫਿਰ ਇਹ ਅਸਲ 'ਚ ਦੋਨੇ ਮਿਲ ਕੇ ਉਹੀ ਘੁਟਾਲੇ ਨੇ, ਸੇਮ ਘੁਟਾਲੇ ਨੇ। ਇਹ ਰਿਟਾਇਰ, ਇਹ ਜਿਹੜਾ ਇਹਨਾਂ ਨੇ ਘਪਲੇ ਕੀਤੇ ਨੇ, ਇਹ ਹੈਗਾ ਰਿਪੀਟ ਅੰਟਿਲ ਰਿਟਾਇਰ। ਅੰਗਰੇਜ਼ੀ ਦਾ ਇੱਕ ਕੋਟ ਹੈ, ਰਿਪੀਟ ਅੰਟਿਲ ਰਿਟਾਇਰ, ਵੀ ਉਹਨਾਂ ਚਿਰ ਉਹੀ ਕੰਮ ਕਰੀ ਜਾਓ ਜਿੰਨੇ ਚਿਰ ਰਿਟਾਇਰ ਨਹੀਂ ਹੁੰਦੇ। ਉਹ ਆਉਂਦੇ ਨੇ, ਉਹ ਸੇਮ ਘਪਲੇ ਕਰਦੇ ਨੇ, ਉਹ ਆਉਂਦੇ ਨੇ, ਇਹ ਸੇਮ ਘਪਲੇ ਕਰਦੇ ਨੇ। ਸੋ ਰਿਪੀਟ ਅੰਟਿਲ ਰਿਟਾਇਰ ਦੇ ਫਾਰਮੂਲੇ 'ਤੇ ਪੰਜਾਬ ਸਰਕਾਰ ਚੱਲ ਰਹੀ ਹੈ। ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਕੈਬਨਿਟ 'ਚੋਂ, ਜਾਂ ਤਾਂ ਉਹ ਜੇ ਨੈਤਿਕਤਾ ਤਾਂ ਖੈਰ ਮੇਰੇ ਖਿਆਲ 'ਚ ਆਧਾਰ ਬਣਦਾ ਨਹੀਂ ਅੱਜ ਕੱਲ੍ਹ, ਜੇ ਨੈਤਿਕਤਾ ਹੁੰਦੀ ਸ਼ਾਇਦ ਉਹ ਗਰੀਬ ਕਿਸਾਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਨੁਕਸਾਨ ਨਾ ਕਰਦੇ ਬੀਜਾਂ ਦੇ ਘੁਟਾਲੇ 'ਚ। ਤਾਂ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਹਾਡੀ ਮਿਨਿਸਟਰੀ 'ਚ ਘੁਟਾਲਾ ਹੋਇਆ ਔਰ ਤੁਹਾਡਾ ਮਿਨਿਸਟਰ ਉਹਦੇ ਵਿੱਚ ਇਨਵੋਲਵ ਹੈ, ਤਾਂ ਉਹਨੂੰ ਇਮੀਡੀਏਟਲੀ ਕੈਬਨਿਟ 'ਚੋਂ ਕੱਢੋ, ਨਹੀਂ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਉਹਨਾਂ ਦੇ ਘਰ ਮੂਹਰੇ ਧਰਨਾ ਦੇਊਗੀ, ਸੜਕਾਂ 'ਤੇ ਆਵਾਂਗੇ, ਲੋਕਾਂ ਨੂੰ ਲੈ ਕੇ ਆਵਾਂਗੇ। ਅਤੇ ਹਾਸੋਹੀਣੀ ਗੱਲ ਇੱਕ, ਜਿਸ ਤਰ੍ਹਾਂ ਮੈਂ ਪਿਛਲੀ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਸੀਗਾ ਕਿ ਕੈਪਟਨ ਸਾਹਿਬ ਖੇਤੀ ਬਾਰੇ ਕਿੰਨਾ ਕੁ ਜਾਣਦੇ ਨੇ, ਇਹ ਸਾਰਿਆਂ ਨੂੰ ਪਤਾ ਹੀ ਹੈ। ਕੱਲ੍ਹ ਦੀ ਪੀਸੀ ਦੇ ਵਿੱਚ ਕੈਪਟਨ ਸਾਹਿਬ ਕਹਿ ਰਹੇ ਸੀ ਤਾਂ ਟਾਈਮ 'ਤੇ ਫੜਿਆ ਗਿਆ ਘੁਟਾਲਾ ਬੀਜਾਂ ਵਾਲਾ, ਹਜੇ ਝੋਨਾ ਲਾਇਆ ਨਹੀਂ ਲੋਕਾਂ ਨੇ, ਤਾਂ 10 ਜੂਨ ਤੋਂ ਬਾਅਦ ਲਾਉਣਗੇ। ਸ਼ਾਇਦ ਕੈਪਟਨ ਸਾਹਿਬ ਨੂੰ ਇਹ ਨਹੀਂ ਪਤਾ ਕਿ ਉਹਦੀ ਪਨੀਰੀ ਮਹੀਨਾ ਪਹਿਲਾਂ ਬੀਜਣੀ ਪੈਂਦੀ। ਸ਼ਾਇਦ ਉਹਨਾਂ ਦੇ ਕਿਸੇ OSD ਨੇ ਵੀ ਨਹੀਂ ਦੱਸਣ ਦੀ ਕੋਸ਼ਿਸ਼ ਕੀਤੀ ਹੋਣੀ ਉਹਨਾਂ ਨੂੰ ਕਿ ਉਹ ਤਾਂ ਬੀਜ ਤਾਂ ਖਰੀਦ ਲਏ ਜੀ। ਈਵਨ ਜਿਹੜੀ ਡਾਇਰੈਕਟ ਵੀ ਬੀਜਣੀ ਹੈ ਕਿਸੇ ਨੇ, ਜਿਹੜੀ ਅੱਜ ਕੱਲ੍ਹ ਮਸ਼ੀਨ ਆਈ ਹੈ ਡਾਇਰੈਕਟ ਬੀਜਣ ਵਾਲੀ, ਉਹ ਵੀ 15-20 ਦਿਨ ਪਹਿਲਾਂ ਬੀਜਣਾ ਪੈਂਦਾ ਜੀ। ਜਦੋਂ ਪੁੰਗਰ ਜਾਂਦਾ ਬੀਜ ਉਦੋਂ ਪਾਉਂਦੇ। ਸੋ ਕੈਪਟਨ ਸਾਹਿਬ ਨੂੰ ਇਹ ਲੱਗਦਾ ਸ਼ਾਇਦ 10 ਜੂਨ ਨੂੰ ਸਿੱਧੇ ਹੀ ਲਾਉਣਗੇ, ਜਿਵੇਂ ਆਮ ਤੌਰ 'ਤੇ ਜਿਹੜਾ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੁਸ਼ਕਲਾਂ ਕੀ ਨੇ ਖੇਤੀ ਦੀਆਂ, ਕਿਹੜਾ ਬੀਜ ਕਿੰਨੇ ਕਿਲੋ ਪੈਂਦਾ, ਕਿੰਨੀ ਉਹਦੀ ਪ੍ਰੋਡਕਸ਼ਨ ਹੁੰਦੀ ਹੈ, ਕਿੰਨੀਆਂ ਸਪਰੇਆਂ ਹੁੰਦੀਆਂ, ਕਿੰਨੀਆਂ ਰੇਹਾਂ ਪੈਂਦੀਆਂ। ਸੋ ਇਸ ਕਰਕੇ ਇਹ ਕੱਲ੍ਹ ਵਾਲੀ ਜਿਹੜੀ PC ਸੀਗੀ ਉਹਦੇ ਵਿੱਚ ਮੈਂ ਗੱਲਾਂ ਨੋਟ ਕੀਤੀਆਂ। ਅਤੇ ਜਿਹੜਾ ਆਰਡੀਨੈਂਸ ਜਾਰੀ ਹੋਇਆ ਹੁਣ, ਮੈਂ 19 ਮਈ ਨੂੰ PC ਕੀਤੀ ਸੀ, ਤੁਸੀਂ ਇੱਥੇ ਸੀਗੇ, ਮੈਂ ਉਦੋਂ ਖਦਸ਼ਾ ਪ੍ਰਗਟ ਕੀਤਾ ਸੀਗਾ ਕਿ MSP ਨੂੰ ਖਤਮ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਵੱਡੇ ਪਲੇਅਰ ਕਲਸਟਰ ਬਣਾਉਣਗੇ, 30-30,000 40-40,000 ਏਕੜ ਦੇ ਅੰਬਾਨੀਜ਼ ਅੰਡਾਨੀਜ਼ ਦੇ ਸਾਈਲੋ ਬਣਨਗੇ। ਉਸ ਵੇਲੇ ਸ਼ਾਇਦ ਕਈਆਂ ਨੇ ਸੋਚਿਆ ਹੋਣਾ, ਸ਼ਾਇਦ ਵਿਰੋਧੀ ਪਾਰਟੀ ਦੇ ਤੌਰ 'ਤੇ ਇਲਜ਼ਾਮ ਲਾ ਰਹੇ ਨੇ, ਪਰ 19 ਮਈ ਤੋਂ ਅੱਜ 6 ਜੂਨ ਤੱਕ ਪਹੁੰਚਦੇ ਸਿਰਫ 15-16 ਦਿਨਾਂ 'ਚ ਇਹ ਗੱਲ ਸਾਬਤ ਹੋ ਚੁੱਕੀ ਹੈ। ਉਹਨਾਂ ਨੇ ਆਰਡੀਨੈਂਸ ਜਾਰੀ ਕਰਤਾ ਜੀ ਕਿ ਪੰਜਾਬ ਅਤੇ ਹਰਿਆਣਾ ਨੂੰ ਸਪੈਸੀਫਿਕਲੀ ਰੱਖਿਆ ਉਹਦੇ 'ਚ ਕਿ ਇੱਥੋਂ MSP ਖਤਮ ਕਰੋ। ਸਿਰਫ ਪੰਜਾਬ ਅਤੇ ਹਰਿਆਣਾ ਨੇ ਜਿਨ੍ਹਾਂ ਨੇ ਪ੍ਰੋਕਿਉਰਮੈਂਟ ਦਾ ਢਾਂਚਾ ਬਣਾਇਆ ਹੋਇਆ ਸੀ, ਸਾਡੀਆਂ ਜਿਹੜੀਆਂ ਖਰੀਦ ਏਜੰਸੀਆਂ ਨੇ, ਪਨਗ੍ਰੇਨ ਹੋ ਗਈ, ਮਾਰਕਫੈਡ ਹੋ ਗਈ, ਬਾਕੀ ਜਿਹੜੀਆਂ ਸਾਡੀਆਂ FCI ਹੋ ਗਈ, ਚਲੋ ਸੈਂਟਰ ਦੀ ਹੈ, ਸਿਰਫ ਪੰਜਾਬ ਅਤੇ ਹਰਿਆਣਾ ਨੇ ਆਪਣਾ ਪ੍ਰੋਕਿਉਰਮੈਂਟ ਦਾ ਸਿਸਟਮ ਬਣਾਇਆ ਸੀਗਾ, ਬਾਕੀ ਹੋਰ ਕਿਤੇ ਨਹੀਂ ਹੈਗਾ ਮੁਲਕ 'ਚ। UP ਦੇ ਵਿੱਚ ਅੱਜ ਵੀ MSP ਤੋਂ 1000 ਰੁਪਈਆ ਘੱਟ ਜਿਹੜਾ ਝੋਨਾ ਵਿਕ ਰਿਹਾ, 400 ਰੁਪਈਆ ਪੂਰੇ ਦੇਸ਼ ਦੇ ਵਿੱਚ ਪੰਜਾਬ ਅਤੇ ਹਰਿਆਣੇ ਤੋਂ ਬਿਨਾਂ ਕਣਕ ਜਿਹੜੀ ਹੈ ਉਹ 400 ਰੁਪਈਆ ਘੱਟ ਵਿਕ ਰਹੀ ਹੈ MSP ਤੋਂ। ਠੀਕ ਹੈ ਜੀ, ਬਿਲਕੁਲ ਇਸੇ ਤਰ੍ਹਾਂ ਕਰਨ ਦਾ ਹੁਣ ਪੰਜਾਬ ਅਤੇ ਹਰਿਆਣੇ ਦਾ ਵਾਰੀ ਆ ਗਈ। ਦੇਖੋ, ਖੇਤੀ, ਐਜੂਕੇਸ਼ਨ ਅਤੇ ਹੈਲਥ, ਇਹ ਤਿੰਨੋਂ ਸੰਵਿਧਾਨ ਦੇ ਵਿੱਚ ਲਿਖਿਆ ਕਿ ਤਿੰਨੋਂ ਸਟੇਟਾਂ ਦੇ ਰਾਈਟ ਨੇ, ਰਾਜਾਂ ਦੇ ਅਧਿਕਾਰ ਨੇ। ਇਹ ਐਜੂਕੇਸ਼ਨ ਅਤੇ ਹੈਲਥ ਤਾਂ ਅਸੀਂ ਪਹਿਲਾਂ ਹੀ ਦੇਤੀ ਉਹਨਾਂ ਨੂੰ। ਜੇ ਅਸੀਂ PGI ਬਣਾਉਣਾ ਹੋਵੇ ਸਾਨੂੰ ਸੈਂਟਰ ਵੱਲ ਦੇਖਣਾ ਪੈਂਦਾ। ਐਜੂਕੇਸ਼ਨ ਵੀ ਉਹ ਲੈ ਗਏ, ਹੈਲਥ ਵੀ ਲੈ ਗਏ। ਐਜੂਕੇਸ਼ਨ ਕਿਵੇਂ, ਹੁਣ ਉਹ ਸਾਡੇ ਇਤਿਹਾਸ 'ਚ ਬਦਲਾਅ ਕਰੀ ਜਾਂਦੇ ਨੇ, ਅਸੀਂ ਰੋਜ਼ ਰੋਈ ਜਾਂਦੇ ਹਾਂ ਜੀ, ਆਹ ਦੇਖੋ ਜੀ, ਆਹ ਕੀ ਕਰਤਾ ਜੀ, ਆਹ ਜਿਹੜਾ ਸਿਲੇਬਸ ਦੇ ਵਿੱਚ ਆਹ ਬਦਲਾਅ ਕਰਤਾ, ਉਹ ਇਤਿਹਾਸ ਨੂੰ ਤਰੋੜੀ ਮਰੋੜੀ ਜਾਂਦੇ ਨੇ, ਕਿਉਂਕਿ ਐਜੂਕੇਸ਼ਨ ਉਹਨਾਂ ਨੇ ਪਹਿਲੀ ਕਬਜ਼ੇ 'ਚ ਲੈ ਲਈ, ਹੈਲਥ ਲੈ ਲਈ, ਅਤੇ ਹੁਣ ਰਹਿ ਗਈ ਸੀ ਖੇਤੀ, ਉਹ ਵੀ ਲੈ ਗਏ ਜੀ। ਅਤੇ ਜਿਹੜਾ ਆਰਡੀਨੈਂਸ ਜਾਰੀ ਹੋਇਆ MSP ਨੂੰ ਖਤਮ ਕਰਨ ਵਾਲਾ, ਉਹ ਅਕਾਲੀ ਦਲ ਦੇ
ਬਠਿੰਡਾ ਤੋਂ MP ਮਾਨਯੋਗ ਸ਼੍ਰੀਮਤੀ ਹਰਸਿਮਰਤ ਕੌਰ ਜਿਹੜੇ ਕਿ ਨੂੰਹ ਰਾਣੀ ਨੇ, ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਕਿਸਾਨਾਂ ਦੇ ਮਸੀਹੇ ਦੇ ਅਵਾਰਡ ਜਿੱਤਦੇ ਰਹੇ ਨੇ ਜਾਂ ਕਹਿੰਦੇ ਰਹੇ ਉਹਨਾਂ ਨੂੰ, ਉਹਨਾਂ ਦੀ ਮੌਜੂਦਗੀ 'ਚ ਹੋਇਆ ਜੀ ਇਹ ਆਰਡੀਨੈਂਸ ਕੈਬਨਿਟ 'ਚ। ਫਿਰ ਇਹ ਅਕਾਲੀ ਦਲ ਸਟੈਂਡ ਸਪਸ਼ਟ ਕਰੇ ਵੀ ਉਹ ਕਿੱਧਰ ਨੇ ਹੁਣ। ਤੇ ਉਹ ਕਹਿ ਕੀ ਰਹੇ ਨੇ? ਕਹਿ ਰਹੇ ਨੇ ਜੀ ਸੁਖਬੀਰ ਬਾਦਲ ਸਵਾਗਤ ਕਰ ਰਹੇ ਨੇ ਉਹਦਾ, ਕਹਿੰਦੇ ਹਾਂਜੀ ਹਾਂਜੀ ਇਹ ਵਧੀਆ ਗੱਲ ਹੋ ਗਈ। ਰਾਜਾਂ ਦੇ ਅਧਿਕਾਰ ਖੋਣ ਨੂੰ ਹੁਣ ਅਕਾਲੀ ਦਲ ਵਧੀਆ ਕਹਿ ਰਿਹਾ। ਤੇ ਆਨੰਦਪੁਰ ਦੇ ਮਤੇ ਵੇਲੇ ਪਤਾ ਨਹੀਂ ਕਿੱਡੇ ਵੱਡੇ ਕਹਿੰਦੇ ਮੋਰਚੇ ਲਾਉਣ ਦੀਆਂ ਗੱਲਾਂ ਕਰਦੇ ਸੀਗੇ ਕਿ ਰਾਜਾਂ ਦੇ ਅਧਿਕਾਰ ਜਿਹੜੇ ਮਿਲਣੇ ਚਾਹੀਦੇ ਨੇ। ਇਸੇ ਤਰ੍ਹਾਂ NRC ਵੇਲੇ ਕੀਤਾ ਇਹਨਾਂ ਨੇ, ਉੱਥੇ ਹੱਕ 'ਚ ਵੋਟ ਪਾਈ ਹੈ, ਇੱਥੇ ਆ ਕੇ ਵਿਰੋਧ ਕੀਤਾ ਹੈ। ਤੇ ਹੁਣ ਕੀ ਹੋਊਗਾ ਜੀ ਜੋ ਹੁਣ ਫਿਊਚਰ 'ਚ ਹੋਣਾ? ਹੁਣ ਕੀ ਹੋਗਾ? GST ਦਾ GST ਵਾਸਤੇ ਤਾਂ ਪਹਿਲਾਂ ਹੀ ਅਸੀਂ ਮਿੰਨਤਾਂ ਕੱਢ ਰਹੇ ਹਾਂ ਕਿ ਸਾਡੇ ਪੈਸੇ ਦੇ ਦਿਓ ਜੀ, ਉਹ ਵੀ ਲੈ ਗਏ। ਤੋ ਰਾਜਾਂ ਦੇ ਜਿਹੜੇ ਅਧਿਕਾਰਾਂ 'ਤੇ ਡਾਕਾ ਵੱਜਿਆ। ਹੁਣ ਪ੍ਰਾਈਵੇਟ ਪਲੇਅਰ ਆਉਣਗੇ ਜੀ, 3 ਸਾਈਲੋ ਉਹਨਾਂ ਦੇ ਬਣ ਗਏ ਅੰਡਾਨੀਜ਼ ਦੇ, 18 ਦਾ ਹੋਰ ਉਦਘਾਟਨ ਹੋਣ ਲੱਗਿਆ। ਬਸ ਮੰਡੀ ਸਿਸਟਮ ਖਤਮ। 4,500 ਕਰੋੜ ਦੇ ਲਗਭਗ ਮੰਡੀ ਬੋਰਡ ਦੀ ਜਿਹੜੀ ਫੀਸ ਹੁੰਦੀ ਸੀ ਉਹ ਗਈ। 4% ਪਰਚੇਜ਼ ਟੈਕਸ ਹੈ, ਹੋ ਗਿਆ। ਲਗਭਗ 12,000 ਕਰੋੜ ਦਾ ਪੰਜਾਬ ਦੇ ਖਜ਼ਾਨੇ ਨੂੰ ਸਿੱਧਾ ਡਾਕਾ। ਤੇ ਮੰਡੀ ਬੋਰਡ ਦਾ ਜਦੋਂ ਫੀਸ ਗਈ ਤਾਂ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਹੈ ਜਿਹਦੇ ਰਾਹੀਂ ਪਿੰਡਾਂ ਦੀਆਂ ਸੜਕਾਂ ਬਣਾਈਆਂ ਜਾਂਦੀਆਂ ਲਿੰਕ ਰੋਡਾਂ, ਉਹ ਖਤਮ ਨੇ। 71,000 ਕਿਲੋਮੀਟਰ ਜਿਹੜੀਆਂ ਸੜਕਾਂ ਨੇ ਉਹ ਮੰਡੀ ਬੋਰਡ ਦੇ ਅੰਡਰ ਆਉਂਦੀਆਂ, ਉਹ ਸਾਰੀਆਂ ਖਤਮ ਹੋ ਜਾਣਗੀਆਂ ਲਿੰਕ ਰੋਡ ਪਿੰਡਾਂ ਦੀਆਂ। ਤੇ 1434 ਖਰੀਦ ਸੈਂਟਰ ਖਤਮ ਹੋ ਜਾਣਗੇ। ਤੇ 30,000 ਆੜਤੀ ਆ ਜਿਹੜਾ ਡਾਇਰੈਕਟ ਤੌਰ ਤੇ ਪ੍ਰਭਾਵਿਤ ਹੋਊਗਾ। ਤੇ ਉਹਨਾਂ ਦਾ 1616 ਕਰੋੜ ਰੁਪਈਆ ਜਿਹੜਾ ਉਹਨਾਂ ਦੀ ਆੜਤ ਦਾ ਬਣਦਾ ਉਹ ਵੀ ਅੰਬਾਨੀਆਂ ਅਡਾਨੀਆਂ ਦੇ ਖਾਤੇ 'ਚ। ਤੇ ਉਹਨਾਂ ਨਾਲ ਰਿਲੇਟਡ ਮੁਨੀਮ, ਲੇਬਰ, ਪੱਲੇਦਾਰ, ਟਰੱਕ ਆਪਰੇਟਰਸ, ਲਗਭਗ 3 ਲੱਖ ਜਿਹੜਾ ਲੇਬਰ ਦਾ ਜਿਹੜਾ ਵਿਅਕਤੀ ਹੈ ਕੰਮ ਹੈ, ਉਹ ਬਿਲਕੁਲ ਬੇਰੁਜ਼ਗਾਰ ਹੋ ਜਾਣਗੇ। ਉਹਨਾਂ ਦਾ 1116 ਕਰੋੜ ਰੁਪਈਆ ਜਿਹੜਾ ਉਹਨਾਂ ਦਾ ਸਾਲਾਨਾ ਉਹਨਾਂ ਦੀ ਇਨਕਮ, ਉਹ ਸਾਰੀ ਖਤਮ ਹੋ ਜੂਗੀ। ਆ ਜਿਹੜਾ ਆਰਡੀਨੈਂਸ ਹੈ ਹੁਣ ਇਹਦੇ 'ਚ ਕੀ ਹੋਊਗਾ ਜੀ? ਹੋਸਟ ਜਿਵੇਂ ਹਰਸਿਮਰਤ ਦੀ ਕੱਲ੍ਹ ਮੈਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇਖ ਰਿਹਾ ਸੀ, ਉਹਦੇ 'ਚੋਂ ਕਹਿ ਰਹੇ ਸੀ ਇਹ ਤਾਂ ਵਧੀਆ ਗੱਲ ਹੈ ਕਿ ਪ੍ਰਾਈਵੇਟ ਆਉਣਗੇ ਵਪਾਰੀ ਤਾਂ ਕਿਸਾਨਾਂ ਨੂੰ ਵੱਧ ਭਾਅ ਮਿਲੂਗਾ। ਬਿਲਕੁਲ ਸਹੀ ਕਹਿ ਰਹੇ ਸੀ ਉਹ। ਇਹ ਜਿਹੜੇ ਵੱਡੇ ਪਲੇਅਰ ਨੇ ਨਾ, ਇਹ ਜਦੋਂ ਵੀ ਕਿਸੇ ਫੀਲਡ ਦੇ ਵਿੱਚ ਐਂਟਰ ਕਰਦੇ ਨੇ, ਸਭ ਤੋਂ ਪਹਿਲਾਂ ਇਹ ਲਗਭਗ ਫਰੀ ਵਾਂਗੂ, ਚਾਹੇ ਜੀਓ ਲਾ ਲਓ, ਜੀਓ ਆ ਗਿਆ ਜੀ, ਫਰੀ ਆ ਜੀ ਸਾਰਾ ਕੁਝ। ਜੀਓ ਜਦੋਂ ਬਣ ਗਏ ਉਹਦੇ ਪੂਰਾ ਉਹਨਾਂ ਦਾ ਜਦੋਂ ਡਾਟਾ ਤਿਆਰ ਹੋ ਗਿਆ ਉਦੋਂ ਕਹਿੰਦੇ ਆ ਜਾਓ ਵੀ ਹੁਣ ਇੰਨੇ ਪੈਸੇ ਲੱਗਿਆ ਕਰਨਗੇ। ਤੁਸੀਂ ਜਾ ਨਹੀਂ ਸਕਦੇ, ਪਹਿਲਾਂ ਜਾਲ 'ਚ ਫਸਾਉਂਦੇ ਆ ਤੇ ਆਪਣੇ ਜਿਹੜੇ ਕੰਪੀਟੀਟਰਸ ਨੂੰ ਖਤਮ ਕਰਦੇ ਆ। ਬਿਲਕੁਲ ਸੇਮ ਤਰੀਕੇ ਨਾਲ, ਕਿਉਂਕਿ ਜਿਹੜੇ ਆਰਡੀਨੈਂਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਸਾਨੂੰ ਪੰਜਾਬ ਤੇ ਹਰਿਆਣੇ 'ਚ 8.5% ਟੈਕਸ ਦੇਣਾ ਪੈ ਰਿਹਾ। ਆੜਤੀਏ ਦਾ ਜਿਹੜੇ ਹੋਰ ਟੈਕਸ ਨੇ 8.5% ਬਣਦੇ ਆ ਮੰਡੀ ਦੇ। ਤੇ ਜਿਹੜੇ ਪ੍ਰਾਈਵੇਟ ਪਲੇਅਰ ਨੇ ਉਹਨਾਂ ਨੂੰ ਆਪਾਂ 1% ਤੇ ਖਰੀਦਣ ਵਾਸਤੇ ਇਨਕਰੇਜ ਕਰੀਏ, ਉਹਨਾਂ ਨੂੰ ਉਤਸ਼ਾਹਿਤ ਕਰੀਏ ਵੀ ਉਹ 1% ਤੇ ਖਰੀਦ ਲੈਣ, ਤਾਂ ਸਾਨੂੰ ਵੱਧ ਪੈਸੇ ਦੇਣੇ ਪੈ ਰਹੇ ਨੇ ਪੰਜਾਬ ਤੇ ਹਰਿਆਣਾ 'ਚ। ਇਸ ਕਰਕੇ ਖਤਮ ਕਰ ਦਿਓ। ਉਹ ਕੀ ਕਰਨਗੇ ਜੀ? ਉਹ ਕਿਉਂਕਿ ਅੱਗੇ ਵੋਟਾਂ ਆਉਣਗੀਆਂ ਹੁਣ, ਤਾਂ ਅਕਾਲੀ ਦਲ, ਇਹ ਤੁਸੀਂ ਹੈਰਾਨ ਨਾ ਹੋਇਓ ਕਿ ਸੁਖਬੀਰ ਬਾਦਲ ਇਹ ਕਹਿੰਦਾ ਨਜ਼ਰ ਆਵੇ, ਕਿਉਂਕਿ ਉਹ ਸਾਲ 2 ਸਾਲ ਹੋ ਸਕਦਾ ਜਿਹੜਾ ਉਹਨਾਂ ਨੂੰ 7.5% ਬਚ ਰਿਹਾ ਹੈ। ਪ੍ਰਾਈਵੇਟ ਪਲੇਅਰ ਨੂੰ ਤਾਂ 1% ਦੇਣਾ ਪਊਗਾ, 1 ਤੋਂ ਵੀ ਘਟਾ ਰਹੇ ਨੇ। ਤੇ ਜਿਹੜਾ ਅੱਜ ਦੀ ਡੇਟ 'ਚ ਉਹ 8.5% ਹੈ, ਜਿਹੜਾ 7.5% ਬਚ ਰਿਹਾ ਹੈ ਉਹ ਲਗਭਗ 125 ਤੋਂ 150 ਰੁਪਇਆ ਪਰ ਕੁਇੰਟਲ ਹੈ। ਹੋ ਸਕਦਾ 2 ਸਾਲਾਂ ਵਾਸਤੇ ਕਿਸਾਨਾਂ ਨੂੰ ਲੁਭਾਉਣ ਵਾਸਤੇ, ਆਪਣੇ ਜਾਲ 'ਚ ਫਸਾਉਣ ਵਾਸਤੇ ਉਹ MSP ਤੋਂ 100 ਜਾਂ 150 ਰੁਪਇਆ ਕੁਇੰਟਲ ਜ਼ਿਆਦਾ ਵੀ ਦੇ ਦੇਣ। ਕਿਸਾਨ ਕਵੇ ਵੀ ਆਹ ਤਾਂ ਕਮਾਲ ਹੋ ਗਈ ਯਾਰ, ਸਾਡੀ ਫਸਲ ਦਾ ਇੰਨਾ ਰੇਟ ਮਿਲਣ ਲੱਗ ਗਿਆ। ਅਕਾਲੀ ਦਲ ਕਹੂਗਾ ਕਿਉਂ, ਦੇਖਿਆ ਫਿਰ ਅਸੀਂ ਕੀਤਾ ਹੈ। BJP ਵੀ ਇਹੀ ਕਹੂ। ਪਰ 2 ਸਾਲਾਂ ਦੇ ਵਿੱਚ ਜਦੋਂ ਸਾਰੇ ਜਿਹੜਾ ਮੰਡੀ ਦਾ ਢਾਂਚਾ ਖਤਮ ਹੋ ਗਿਆ, ਉਦੋਂ ਫਿਰ ਉਹ ਆਪਦੀ ਮਨ ਮਰਜ਼ੀ ਕਰਨਗੇ ਜੀ। ਫਿਰ ਆਪਦੀ ਮਰਜ਼ੀ ਕਰਨਗੇ, ਫਿਰ ਆਪਦੇ ਗਜਾਂ ਨਾਲ ਨਾਪਣਗੇ। ਉਹ ਕਿਵੇਂ? ਮੈਂ ਤੁਹਾਨੂੰ 3 ਦਿਨ ਪਹਿਲਾਂ ਦੀ ਐਗਜ਼ਾਮਪਲ ਦੇ ਦਿੰਦਾ। ਮੱਕੀ ਦੀ ਜਿਹੜਾ MSP ਹੈ 1850 ਰੁਪਏ ਜੀ। ਨਹੀਂ 1750 ਰੁਪਏ ਮੱਕੀ ਦੀ MSP।
ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਮੰਨੀ। ਖੰਨੇ ਦੀ ਮੰਡੀ 'ਚ ਹੁਣ ਸਰਕਾਰ ਖਰੀਦਦੀ ਨਹੀਂ MSP ਤੇ ਮੱਕੀ ਨੂੰ, ਪ੍ਰਾਈਵੇਟ ਕਹਿੰਦਾ ਮੈਂ ਤਾਂ ਆਪਦੇ ਹਿਸਾਬ ਨਾਲ ਲਊਂਗਾ ਜੀ। 3-4 ਦਿਨ ਪਹਿਲਾਂ ਦੀ ਗੱਲ ਹੈ, 250 ਕੁਇੰਟਲ ਮੱਕੀ ਖੰਨੇ ਦੀ ਮੰਡੀ ਦੇ ਵਿੱਚ ਕਿਸਾਨਾਂ ਨੂੰ ਮਜਬੂਰਨ 1111 ਰੁਪਏ ਕੁਇੰਟਲ ਵੇਚਣੀ ਪਈ ਹੈ। 639 ਰੁਪਏ MSP ਤੋਂ ਘੱਟ। ਬਿਲਕੁਲ ਇਸੇ ਤਰ੍ਹਾਂ ਕਣਕ ਤੇ ਝੋਨੇ ਨਾਲ ਹੋਇਆ ਕਰੂਗਾ, ਕਿਉਂਕਿ ਉਹ ਕਹਿੰਦੇ ਸਾਡੀਆਂ ਮੱਧ ਪ੍ਰਦੇਸ਼ ਦੀਆਂ, ਛੱਤੀਸਗੜ੍ਹ ਦੀਆਂ, ਸਾਡੀਆਂ ਉੜੀਸਾ ਦੀਆਂ ਜ਼ਮੀਨਾਂ ਚੱਲ ਪਈਆਂ, ਅਸੀਂ ਹੁਣ ਪੰਜਾਬ ਤੋਂ ਝੋਨਾ ਨਹੀਂ ਖਰੀਦਣਾ, ਬੀਜਣਾ ਨਹੀਂ ਬੀਜੋ, ਯਾਨੀ ਕਿ ਸੈਂਟਰਲ ਪੂਲ ਨੂੰ ਹੁਣ ਕੋਈ ਲੋੜ ਨਹੀਂ ਪੰਜਾਬ ਹਰਿਆਣੇ ਦੇ ਝੋਨੇ ਦੀ, ਅਨਾਜ ਦੀ। ਬਿਲਕੁਲ ਜਿਵੇਂ ਕਿਸੇ ਬਲਦ ਨੂੰ ਵਾਹ ਕੇ ਉਹ ਤੋਂ ਕੰਮ ਲੈ ਕੇ ਵਾਹੀ ਕਰਦੇ, ਜਦੋਂ ਮੌਲਾ ਹੋ ਜਾਂਦਾ ਉਦੋਂ ਛੱਡ ਦਿੰਦੇ ਨੇ। ਬਿਲਕੁਲ ਪੰਜਾਬ ਨੂੰ ਨਿਚੋੜ ਕੇ ਨਿੰਬੂ ਵਾਂਗੂ ਹੁਣ ਸੁੱਟਣ ਦੀ ਤਿਆਰੀ ਹੈ। ਤਿਆਰੀ ਕੀ, ਸੁੱਟਤਾ, ਸਾਡੀ ਧਰਤੀ 'ਚੋਂ ਪਾਣੀ ਖਤਮ ਹੋ ਗਿਆ, ਅਸੀਂ ਰੇਗਿਸਤਾਨ ਬਣਨ ਦੀ ਕਗਾਰ 'ਤੇ ਆ ਗਏ, ਠੀਕ ਹੈ ਜੀ। ਤੇ ਹੁਣ ਸਾਡੀਆਂ ਫਸਲਾਂ ਨੂੰ ਖਰੀਦਣ ਤੋਂ ਮੁੱਕਰਨਗੇ। ਤੇ ਇਹਦੇ ਵਿੱਚ ਜਿੰਨਾ ਕੇਂਦਰ ਜ਼ਿੰਮੇਵਾਰ ਹੈ, ਓਨਾ ਹੀ ਕਾਂਗਰਸ ਜ਼ਿੰਮੇਵਾਰ ਹੈ ਤੇ ਅਕਾਲੀ ਦਲ ਜ਼ਿੰਮੇਵਾਰ ਹੈ। ਸੋ ਇਹਦਾ ਇਹ ਸਟੈਂਡ ਸਪਸ਼ਟ ਕਰਨ ਅੱਜ ਅਸੀਂ ਤੁਹਾਡੇ ਨਾਲ ਇਸ ਵਿਸ਼ੇ 'ਤੇ ਗੱਲ ਕਰਨ ਆਏ ਹਾਂ। ਤੇ ਇੱਕ ਜਿਹੜਾ ਮੈਂ ਪਹਿਲਾਂ ਵੀ ਪਿਛਲੀ ਵਾਰ ਵੀ ਇਹ ਕਿਹਾ ਸੀਗਾ ਕਿ ਹੁਣ ਕਲਸਟਰ ਬਣਨਗੇ, ਕਿ ਤੁਹਾਨੂੰ ਕਿਹਾ ਜਾਊਗਾ ਕਿ ਤੁਹਾਡੀ 25 ਕਿੱਲੇ ਹੈ ਜੀ, ਲਿਓ ਜੀ ਆਹ ਕਰੋ ਸਾਈਨ, ਲੀਜ਼ ਹੈ ਜੀ ਆਹ, ਤੇ ਇੰਨੀ ਡਿਸਾਈਡ ਕਰਤੀ, ਇੰਨੇ ਪਰਸੈਂਟੇਜ ਹਰ ਸਾਲ ਵਾਧਾ ਹੋ ਜਾ ਕਰੂਗਾ, ਕਰੋ ਜੀ 31 ਸਾਲ ਦੇ, 41 ਸਾਲ ਦੇ, 51 ਸਾਲ ਦੇ ਸਾਡੇ ਨਾਲ ਐਗਰੀਮੈਂਟ, ਤੇ ਤੁਸੀਂ ਚੱਲੋ। ਜਿਹੜਾ ਮੁਜ਼ਾਹਰਾ ਸਿਸਟਮ ਹੁੰਦਾ ਸੀ ਪਹਿਲਾਂ ਵਾਲਾ, ਉਹ ਵਾਪਸ ਆਊਗਾ ਜੀ। ਇਹ ਜਿਹੜਾ ਇਹਨਾਂ ਨੇ ਕੀਤਾ ਨਾ ਸ਼ਕਤੀਕਰਨ ਤੇ ਸੁਰੱਖਿਆ, ਜਿਹੜੀ ਉਹ ਸ਼ਕਤੀਕਰਨ ਤੇ ਸੁਰੱਖਿਆ ਵੱਡੇ ਘਰਾਣਿਆਂ ਨੂੰ ਹੈ ਜੀ, ਹੋਰ ਕਿਸੇ ਨੂੰ ਨਹੀਂ। ਕਿਉਂਕਿ ਉਹ ਤਾਂ ਆਪਦੇ ਵੱਡੇ ਕਿਉਂਕਿ ਹੁਣ ਇਹਨਾਂ ਨੇ ਉਹ ਤਾਂ ਬੰਦ ਕਰਤਾ ਕਿ ਤੁਸੀਂ ਭੰਡਾਰ ਕਰ ਸਕਦੇ ਹੋ, ਜ਼ਰੂਰੀ ਵਸਤਾਂ 'ਚੋਂ ਅਨਾਜ ਨੂੰ ਤੇ ਇਹਨੂੰ ਕੱਢਤਾ, ਅਨਾਜ ਦੀਆਂ ਜਿਹੜੀਆਂ ਆਪਣੇ ਪੰਜਾਬ ਦੀਆਂ ਜਿਹੜੀਆਂ ਫਸਲਾਂ ਨੇ ਕੱਢ ਕੇ। ਹੁਣ ਸਾਨੂੰ ਮੁਜ਼ਾਹਰਿਆਂ ਵਾਂਗੂ, ਜਿਵੇਂ ਆਪਾਂ ਦੇਖਦੇ ਹਾਂ ਡਿਸਕਵਰੀ ਚੈਨਲਾਂ 'ਤੇ, ਸ਼ਿਕਾਰ ਸ਼ੇਰ ਮਾਰਦਾ, ਥੋੜ੍ਹੇ ਚਿਰ ਬਾਅਦ ਲੱਕੜ ਵੱਗੇ ਆ ਜਾਂਦੇ ਨੇ, ਉਹ ਸ਼ੇਰ ਜਿਹੜਾ ਥੋੜ੍ਹੀ ਦੂਰ ਬੈਠਾ ਦੇਖੀ ਜਾਂਦਾ ਹੁੰਦਾ, ਯਾਰ ਮੈਂ ਮਾਰਿਆ ਸੀ, ਉਹ ਤੋਂ ਖੋਹ ਲੈਂਦੇ ਨੇ ਉਹ। ਸੋ ਸਾਡੀ ਪੰਜਾਬ ਦੀ ਖੇਤੀ ਜਿਹੜੀ ਸੀ ਥੋੜ੍ਹੀ ਬਹੁਤ ਸਹਿਕਦੀ ਸੀ, ਉਹ ਵੀ ਹੁਣ ਇਹ ਖੋਹਣ ਲੱਗੇ ਨੇ, ਸੈਂਟਰ ਦੇ ਹੱਥ 'ਚ ਦੇਣ ਲੱਗੇ ਨੇ। ਹਾਲਾਂਕਿ ਕੈਪਟਨ ਸਾਹਿਬ ਨੇ ਤਾਂ ਵਿਰੋਧ ਕੀਤਾ ਕੱਲ੍ਹ ਕਿ ਇਹ ਰਾਜਾਂ ਦੇ ਅਧਿਕਾਰਾਂ 'ਤੇ ਡਾਕਾ ਹੈ, ਪਰ ਆਪ ਹੀ ਫਿਰ ਉਹ ਬਿਜਲੀ ਦਾ ਜਿਹੜਾ ਉਹ ਹੈ ਅਮੈਂਡਮੈਂਟ ਹੈ, ਆਪ ਹੀ ਉਹ ਉਹਦੇ ਵਾਸਤੇ ਹਾਂ ਕਰ ਰਹੇ ਨੇ। ਸੋ ਸਭ ਆਪਸ ਦੇ ਵਿੱਚ ਰਲੇ ਹੋਏ ਨੇ। ਰਿਪੀਟ ਅੰਟਿਲ ਰਿਟਾਇਰ ਇਹ ਫਾਰਮੂਲਾ ਹੈ, ਤੇ ਪੰਜਾਬ ਨੂੰ ਇਹਦੇ ਵਿੱਚ ਲੁੱਟਿਆ ਜਾ ਰਿਹਾ। ਤੇ ਜੇ ਤੁਹਾਡੇ ਕੋਲੇ ਕੋਈ ਹੋਰ ਸਵਾਲ ਹੈ ਕੋਈ ਇਸ ਵਿਸ਼ੇ 'ਚ, ਤਾਂ ਵੈਲਕਮ। ਹਮੇਸ਼ਾ ਜਿਹੜੀਆਂ ਸਰਕਾਰਾਂ ਵਾ ਆਰਡੀਨੈਂਸ ਉਦੋਂ ਲੈ ਕੇ ਆਉਂਦੀਆਂ ਪਾਸ ਕਰਨ ਜਦੋਂ ਬਹੁਤ ਵੱਡੀ ਦੇਸ਼ ਅੰਦਰ ਜਾਂ ਸਟੇਟ ਅੰਦਰ ਐਮਰਜੈਂਸੀ ਵੇਲੇ ਆਰਡੀਨੈਂਸ ਆਉਂਦੇ। ਸਰਕਾਰ ਦੀ ਕੀ ਐਮਰਜੈਂਸੀ ਦਿਖੀ? ਦੇਖੋ, ਇਹਨਾਂ ਨੂੰ ਹੁਣ ਮੌਕਾ ਮਿਲ ਗਿਆ ਕਰੋਨਾ ਦੇ ਮੋਢੇ ਤੇ ਧਰ ਕੇ ਬੰਦੂਕ ਚਲਾਉਣ ਦਾ। ਨੇਪਾਲ ਦੀ ਪਾਰਲੀਮੈਂਟ ਚੱਲ ਰਹੀ ਹੈ ਜੀ, ਹੋਰ ਬਹੁਤ ਸਾਰੇ ਯੂਰਪੀ ਮੁਲਕਾਂ ਦੀ ਪਾਰਲੀਮੈਂਟ ਚੱਲ ਰਹੀ ਹੈ ਜੀ, ਜਿਨ੍ਹਾਂ ਤੋਂ ਸਾਨੂੰ ਇਹ ਵਧੀਆ ਕਹਿੰਦੇ ਨੇ ਕਿ ਅਸੀਂ ਉਹਨਾਂ ਨਾਲੋਂ ਕਰੋਨਾ 'ਤੇ ਵੱਧ ਕੰਟਰੋਲ ਕੀਤਾ ਹੋਇਆ। ਤੇ ਆਪਣੇ ਦੇਸ਼ ਦੇ ਵਿੱਚ ਵੀ ਟ੍ਰੇਨਾਂ ਚਲਾਤੀਆਂ, ਇੰਟਰਨੈਸ਼ਨਲ ਫਲਾਈਟਾਂ ਵੀ ਸ਼ੁਰੂ ਹੋਣ ਲੱਗੀਆਂ ਨੇ, ਮਾਲ ਖੋਲ੍ਹਤੇ, ਠੀਕ ਹੈ ਜੀ, ਰੈਸਟੋਰੈਂਟਾਂ 'ਤੇ ਗਾਈਡਲਾਈਨ ਦੇ ਕੇ ਖੋਲ੍ਹਣ ਲੱਗੇ ਨੇ, ਸਲੂਨ ਖੋਲ੍ਹਤੇ। ਤਾਂ ਫਿਰ ਪਾਰਲੀਮੈਂਟ ਕਿਉਂ ਨਹੀਂ ਚੱਲ ਸਕਦੀ ਜੀ? ਇਹ ਪਾਰਲੀਮੈਂਟ 'ਚ ਬਿੱਲ ਆਉਂਦਾ ਨਾ, ਕਿਉਂਕਿ ਪਾਰਲੀਮੈਂਟ 'ਚ ਰੌਲਾ ਪੈਂਦਾ, ਫਿਰ ਪਾਰਲੀਮੈਂਟ 'ਚ ਵਿਰੋਧੀ ਧਿਰਾਂ ਨੂੰ, ਸਾਡੇ ਵਰਗਿਆਂ ਨੂੰ ਬੋਲਣ ਦਾ ਮੌਕਾ ਮਿਲਦਾ। ਹੋ ਸਕਦਾ ਰਾਜ ਸਭਾ 'ਚ ਪਾਸ ਨਾ ਹੁੰਦਾ, ਤਾਂ ਫਿਰ ਇਹਨਾਂ ਨੂੰ ਹੁਣ ਮੌਕਾ ਮਿਲ ਗਿਆ। ਇਹ ਕਰੋਨਾ ਦੀ ਆੜ ਦੇ ਵਿੱਚ ਇਹ ਆਫਤ ਮੇਂ आपदा में से अफसर ढूंढ रहे हैं। ਮੋਦੀ ਸਾਹਿਬ ਨੇ 2-3 ਵਾਰੀ ਜਦੋਂ ਆਏ ਨੇ, ਉਹ ਹੁਣ ਤਾਂ ਖੈਰ ਉਹਨੂੰ ਹਟ ਗਏ, ਉਹਨਾਂ ਨੂੰ ਪਤਾ ਵੀ ਹੁਣ ਕਰੋਨਾ ਤਾਂ ਕੰਟਰੋਲ ਤੋਂ ਬਾਹਰ ਹੋ ਗਿਆ, ਹੁਣ ਮੈਂ ਇਹਦੇ ਵਿੱਚੋਂ ਨਿਕਲ ਜਾ, ਹੁਣ ਤਾਂ ਮੰਤਰੀ ਆਉਂਦੇ ਨੇ। ਉਦੋਂ ਜਦੋਂ ਤਾਲੀਆਂ ਥਾਲੀਆਂ ਵਜਵਾਉਣ ਆਉਂਦੇ ਸੀ, ਉਦੋਂ ਕਹਿੰਦੇ ਸੀ ਆਪਦਾ ਮੇ ਸੇ ਅਫਸਰ ਢੂੰਢੀਏ। ਉਹ ਆਪਦਾ 'ਚੋਂ ਅਫਸਰ ਸਰਕਾਰ ਢੂੰਢ ਰਹੀ ਹੈ। ਕਿਵੇਂ ਉਦਯੋਗਪਤੀਆਂ ਦੇ ਹੱਥ ਦੇ ਵਿੱਚ ਮੁਲਕ ਦੇਤਾ ਆਪਾਂ ਨੂੰ,
ਕਰੋਨਾ ਨਾਲੋਂ ਵੀ ਜ਼ਿਆਦਾ ਵੱਡੀ ਮਹਾਮਾਰੀ ਦਾ ਫਿਊਚਰ 'ਚ ਸਾਹਮਣਾ ਕਰਨਾ ਪਊ। ਕਰੋਨਾ ਦਾ 100 ਸਾਲ ਬਾਅਦ ਆਇਆ, ਇਹ ਤਾਂ ਕਈ 100 ਸਾਲਾਂ ਦਾ ਜਿਹੜਾ ਸਾਨੂੰ ਜਿਹੜਾ ਇਹ ਸਿਆਪਾ ਪਾਉਣ ਲੱਗੇ ਹੈ। ਸੋ ਆਰਡੀਨੈਂਸ ਸਰਕਾਰ ਹੈ, ਤੁਸੀਂ ਬਿਲਕੁਲ ਸਹੀ ਕਿਹਾ ਜਗਤਾਰ ਜੀ ਕਿ ਐਮਰਜੈਂਸੀ ਵੇਲੇ ਆਰਡੀਨੈਂਸ ਆਉਂਦੇ ਨੇ ਜਦੋਂ ਕੋਈ ਸੰਵਿਧਾਨਿਕ ਸੰਸਥਾਵਾਂ ਚੱਲਦੀਆਂ ਨਹੀਂ। ਕਿਉਂ ਨਹੀਂ ਇਹ ਮੌਨਸੂਨ ਸੈਸ਼ਨ ਸ਼ੁਰੂ ਕਰ ਲੈਂਦੇ? ਭਾਵੇਂ ਉਹਦੀ ਗਾਈਡਲਾਈਨ ਦੇ ਦਿਓ ਸਾਨੂੰ, ਚਾਹੇ ਉਹਨੂੰ ਡਬਲ ਕਰ ਲਓ, ਅੱਧੇ MP ਇੱਕ ਦਿਨ ਬੁਲਾ ਲਓ, ਅੱਧੇ 2 ਦਿਨ ਦੂਜੇ ਦਿਨ ਬੁਲਾ ਲਓ, ਕੋਈ ਹੋਰ ਤਰੀਕੇ ਹੋ ਸਕਦੇ ਨੇ ਤਾਂ ਸ਼ੁਰੂ ਕਰੋ। ਪਾਰਲੀਮੈਂਟ 'ਚੋਂ ਕਰਵਾਓ ਨਾ ਪਾਸ। ਇਹ 70% ਤੋਂ ਜ਼ਿਆਦਾ ਜਿਹੜੇ ਫੈਸਲੇ ਨੇ, ਚਾਹੇ ਉਹ 20 ਲੱਖ ਕਰੋੜ ਦਾ ਜਿਹੜਾ ਸੋ ਕਾਲਡ ਇਹਨਾਂ ਦਾ ਸੀਗਾ ਪੈਕੇਜ, ਉਹਦੇ ਸਾਰੇ ਫੈਸਲੇ ਜਿਹੜੇ ਨੇ ਉਹ ਪਾਰਲੀਮੈਂਟ 'ਚ ਹੋਣੇ ਚਾਹੀਦੇ ਸੀਗੇ। ਸੋ ਪਾਰਲੀਮੈਂਟ ਦਾ ਯਕੀਨ ਹੀ ਨਹੀਂ। ਸਾਰੀਆਂ ਸੰਵਿਧਾਨਕ ਸੰਸਥਾਵਾਂ ਇਹਨਾਂ ਨੇ, ਚਾਹੇ ਉਹ CBI ਹੈ, ਚਾਹੇ ਸੁਪਰੀਮ ਕੋਰਟ ਹੈ, ਚਾਹੇ ਇਲੈਕਸ਼ਨ ਕਮਿਸ਼ਨ ਹੈ, ਚਾਹੇ ਨੀਤੀ ਆਯੋਗ ਹੈ, ਇਹ ਸਾਰੇ ਖਤਮ ਹੀ ਕਰਤੇ ਇਹਨਾਂ ਨੇ। ਸੋ ਇਸ ਕਰਕੇ ਜਿਸ ਤਰ੍ਹਾਂ ਅਡਵਾਨੀ ਜੀ ਨੇ ਪਹਿਲੀ ਸਰਕਾਰ ਵੇਲੇ ਕਿਹਾ ਸੀ कि एमरजेंसी वर्गे हालात नज़र आ रहे हैं, सो वो एमरजेंसी आ गई। मान साहब, आज ऑपरेशन ब्लू स्टार की बरसी पे जो जत्थेदार है उन्होंने बोला कि अगर खालिस्तान बन जाए या मिल जाए सरकार हमें दे तो समर्थन उन्होंने इनडायरेक्टली किया है। अकाली दल कह रहा है कि नहीं ऐसा नहीं है, गलत मतलब निकाला जा रहा है। आपका क्या स्टैंड है इस सारे मामले पर? देखिए, सबसे पहले तो जो ब्लू स्टार है वो एक ऐसा जख्म है जिसको सदियाँ भी नहीं भरेंगी, वो जख्म नहीं भर पाएगा। बहुत लोगों की भावनाएं बहुत आहत हुई, बहुत ज़्यादा, मतलब इंतहा थी। वो एक ऐसा धब्बा है जो कांग्रेस के माथे से कभी मिटेगा नहीं। नंबर 2 पे सेकुलर पार्टी हमारी, हम हर धर्म का सत्कार करते हैं। अकाली दल धर्म की राजनीति करता है। जब वो सत्ता से बाहर होते हैं तो वो एकदम से धार्मिक पार्टी बन जाते हैं, ऐसे मुद्दे लेके आते हैं। जब सत्ता में आते हैं तो सेकुलर बन जाते हैं। अकाली दल और बीजेपी इकट्ठे हैं। ये किसी से बात लुकी नहीं हुई, किसी से छुपी नहीं हुई कि जथेदार जो है उसके फैसले जो हैं वो किसकी जेब से निकलते हैं। और श्रोमणी कमेटी के प्रधान उस समय मौजूद भी थे जब उन्होंने ये बात कही है। तो देखो, मैं ये कहना चाहता हूँ कि अगर जथेदार साहब ने ये बात कही है तो अकाली दल अपना स्टैंड स्पष्ट करे और बीजेपी अब बताए कि अब वो उनके साथ चलेगी। पंजाब ने बहुत काले दिन देखे हैं, मतलब अभी तक जख्म नहीं भरे हैं, बहुत मतलब खून खराबा यहाँ पे हुआ है, लेकिन कोई भी धर्म जोड़ने की बात करता है, तोड़ने की बात नहीं करता। तो हम तो सेकुलर पार्टी, हम तो हर धर्म का सत्कार करते हैं। हम नहीं चाहते कि धर्म और राजनीति इकट्ठे चलें। धर्म को धर्म के जो जानकार हैं, जो धर्म के ज्ञानी हैं वो चलाएं, और राजनीति को जो राजनीति के ज्ञानी हैं वो चलाएं। इन्होंने क्या किया, धर्म वालों को राजनीति में ले आते हैं, राजनीति धर्म में चली जाती है, तो दोनों जगह फिर नुकसान होता है। तो आप ये करेंगे जो खालिस्तान पे जो स्टेटमेंट आया है जत्थेदार का, SGPC ने भी उसको सपोर्ट कर दिया, ये कहीं ना कहीं राजनीति से प्रेरित है? अकाली दल पर और कौन सा है? अकाली दल ऐसे करता है, जैसे ही वो सरकार से बाहर होते हैं तभी कहते हैं कि खतरा है। खतरा, वो पोलराइजेशन की राजनीति करते हैं, बीजेपी भी यही करती है। तो इन दोनों की अब ये दोनों स्टैंड स्पष्ट करें। हम तो ना तो हम SGPC के कोई चुनाव लड़ते हैं, ना ही कोई हमारा कोई उससे कोई संबंध है, तो वो स्टैंड स्पष्ट करें। ਆ ਜਿਹੜੀਆਂ ਮੈਂ ਬੋਲੀਆਂ ਨੇ ਜੀ, ਇਹਨਾਂ 'ਚੋਂ ਹੀ ਬਚਾ ਲਈਏ ਕੁਛ। ਤੁਸੀਂ ਉੱਥੋਂ ਲੈਣ ਦੀ ਗੱਲ ਕਰਦੇ ਹੋ ਤਾਂ ਜਿਹੜਾ ਬਚਿਆ ਪਿਆ ਸਾਡੇ ਕੋਲ ਉਹ ਵੀ ਖੋਈ ਜਾਂਦੇ ਹੋ। ਸਾਡੇ ਕੋਲ ਤਾਂ ਸਾਰਾ ਕੁਝ ਖੋ ਕੇ ਲੈ ਗਏ। ਅਸੀਂ ਤਾਂ ਭਿਖਾਰੀ बनाते। वो कहते थे ना कि पंजाब पूरे देश का पेट पालता था, आज पंजाब खुद का पेट पालने के लिए सेंटर की तरफ देख रहा है। तो ये कौन सी बातें कर रहे हैं इस समय में? हमारा युवा जो है, हमारा यूथ जो है वो आईलेट्स करके बाहर की तरफ भाग रहा है, ठीक है जी, और पेरेंट्स उनके पीछे जा रहे हैं, जहाज़ों के जहाज़। अभी तो कोरोना की वजह से थोड़ा फ्लाइट्स रुक गई, वरना अब तक तो कितने यूथ और भी चला गया होता। तो हम अपने यूथ को तो संभाल लें पहले, हमारी नस्लें और फसलें संभाल लें पहले। दे दी है जी, पंजाब की कुर्बानी देती है उन्होंने। जे खेती के मसले कुर्बानी देनी सी तो हरसिमरत कौर की कुर्सी की कुर्बानी दो ना, है जी।
हाँ जी, ਨੂੰਹ ਰਾਣੀ ਜਿਹੜੀ ਬਾਦਲ ਸਾਹਿਬ ਦੀ ਜਿਹੜੇ ਖੇਤੀ ਦੇ ਮਸੀਹੇ ਦੀ ਨੂੰਹ ਹੈ, ਕਿਸਾਨਾਂ ਦੇ ਮਸੀਹੇ ਦੀ ਨੂੰਹ, ਉਹਦੀ ਕੁਰਬਾਨੀ ਦਿਓ ਨਾ, ਉਹਦੇ ਅਹੁਦੇ ਦੀ। ਇੱਕ ਕੁਰਸੀ ਖਾਤਰ ਪੰਜਾਬ ਦੇ ਸਾਰੇ ਹੱਕ, ਮੈਂ ਪਹਿਲਾਂ ਵੀ ਹਰ ਰੋਜ਼ ਕਹਿਣਾ, ਇੱਕ ਕੁਰਸੀ ਖਾਤਰ ਪੰਜਾਬ ਦੇ ਸਾਰੇ ਹੱਕ ਦਾਅ ਤੇ ਲਾ ਰੱਖੇ ਨੇ ਬਾਦਲ ਪਰਿਵਾਰ ਨੇ। ਕਿਹੜੀ ਕੁਰਬਾਨੀ ਹੈ ਦੱਸੋ ਜੀ, ਕੀ ਕੁਰਬਾਨੀ ਹੈ? ਪੰਜਾਬ ਦੇ ਕਿਸਾਨਾਂ ਦੀ ਕੁਰਬਾਨੀ ਦੇਤੀ। ਰਾਜਾਂ ਦਾ ਵੱਧ ਅਧਿਕਾਰ ਕਰਨ ਦੇ ਮਤੇ ਪਾਸ ਕਰਨ ਵਾਲੀ ਪਾਰਟੀ ਅੱਜ ਉਹਨਾਂ ਮੂਰੇ ਗੋਡੇ ਟੇਕੀ ਬੈਠੇ ਨੇ। ਉਸੇ ਕੈਬਨਿਟ ਦੇ ਵਿੱਚ ਮੌਜੂਦ ਸੀ ਜਿਸ ਵੇਲੇ ਆਰਡੀਨੈਂਸ ਬਣ ਰਹੇ ਸੀ। देखिए, हमने तो ऑलरेडी स्पष्ट कर दिया, पिछले 2-3 दिन से ये खबर चल रही है कि देखिए हमारे ना तो किसी दिल्ली में किसी के साथ उनका संपर्क हुआ है, हमारे नेता के साथ, सीएम साहब ने भी बोल दिया है, ठीक है, ना ही हमारे साथ किसी से उनका संपर्क हुआ, या प्रशांत किशोर का या नवजोत सिद्धू का। ये तो सिद्धू साहब स्पष्ट करें ना कि किधर जाना है। हर तीसरे महीने निकल आता है। मतलब सिद्धू साहब से पूछिए ना आप कहाँ हैं वो। तो चलो, अगर आपसे बात नहीं करते तो जो उनका जीतेगा पंजाब वाला पेज है, वो जो अकाउंट है, उस पर स्पष्ट कर दें, स्पष्ट तो कर दें ना। मतलब हमारी तरफ से तो ये है कि हाँ, आप पूछते हो कि अगर वो आते हैं, हम तो ये कहते हैं जी, जो भी पंजाब के जो हित हैं उनको लेके, अपने पर्सनल या हमारे निजी जो स्वार्थ हैं वो बहुत छोटे हैं, जो पंजाब के स्वार्थ को लेकर आता है हम तो और का वेलकम करेंगे। हम नहीं कि मान साहब कि वो जो है कांग्रेस पे दबाव बना रहे हो इस बहाने से कि आपका सुर्रा छोड़ देते हैं। हाँ, पता नहीं कौन, पता नहीं, मतलब जब मई में रिज़ल्ट आया था, मैं जीता था, 3 महीने मुझसे ये नहीं पूछा किसी पत्रकार ने कि जी कैसे जीते, बड़ी जीत हुई। सिर्फ यही पूछते नवजोत सिद्धू आएंगे जी, वो सीएम का चेहरा होंगे जी। सर, ये छोटे मुद्दे हैं, पंजाब के मुद्दे बड़े हैं। शर्त कोई रखे तो पार्टी, आपको लगता है कि ऐसी शर्तों पे आप लोग उसको वेलकम करेंगे? कोई शर्त नहीं कराएगा? देखो, पहली बात तो पंजाब वास्ते जे कोई बिना शर्त कोई अपने निजी स्वार्थ छड्ड के आउणा चाहुंदा सी, सारिਆਂ ਨੂੰ ਵੈਲਕਮ ਕਰਾਂਗੇ। ਅਸੀਂ ਤਾਂ ਪੰਜਾਬ ਦੇ 2.5 ਕਰੋੜ ਜਿਹੜੇ ਵਸਨੀਕ ਨੇ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਕਿ ਇੱਧਰ ਆਈਏ, ਆਪਾਂ ਪੰਜਾਬ ਵਾਸਤੇ ਲੜੀਏ। ਹੁਣ ਰਹਿ ਕੀ ਗਿਆ, ਸਾਰਾ ਕੁਝ ਤਾਂ ਵੇਚੀ ਜਾਂਦੇ ਆ, ਠੀਕ ਹੈ ਨਾ। ਸੋ ਇਸ ਤਰ੍ਹਾਂ ਦਾ ਕੋਈ ਸਾਡੇ ਨਾਲ ਕੋਈ ਕਿਸੇ ਆਫੀਸ਼ੀਅਲ ਲੈਵਲ ਤੇ ਸਾਡੇ ਵੱਲੋਂ ਕਿਸੇ ਵੀ ਬੰਦੇ ਨਾਲ ਕੋਈ ਗੱਲ ਨਹੀਂ ਹੋਈ। ਅਦਰਵਾਈਜ਼ ਅਸੀਂ ਦੱਸ ਦਿੰਦੇ ਇਹ 'ਚ ਕਿਹੜੀ ਗੱਲ ਸੀ। ਇਹ ਕਿਹੜਾ ਕੋਈ ਸਾਡੇ ਲਈ ਕੋਈ ਸ਼ਰਮ ਵਾਲੀ ਗੱਲ ਹੈ, ਲੁਕਾਉਣ ਵਾਲੀ ਗੱਲ ਹੈ। ਮਾਨ ਸਾਹਿਬ, ਹਰਪਾਲ ਚੀਮਾ ਹੋਰਾਂ ਨੇ ਕਿਹਾ ਸੀਗਾ ਕਿ 17 ਦੀ ਬਜਾਏ 22 ਚ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਅਸੀਂ ਐਲਾਨ ਕਰਾਂਗੇ। ਤਾਂ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਤੁਸੀਂ ਦੇਖੋ, ਕੋਰ ਕਮੇਟੀ ਬੈਠੂਗੀ, ਸਾਡੀ ਪੀਸੀਏ ਬੈਠੂਗੀ, ਇਹ ਹਜੇ ਟੂ ਅਰਲੀ ਹੈ, ਹਜੇ ਤਾਂ ਕੰਮ ਕਰਾਂਗੇ ਜੀ। ਹਜੇ ਇਸ ਅਹੁਦਿਆਂ ਦੀ ਦੌੜ 'ਚ ਨਹੀਂ, ਹਜੇ ਤਾਂ ਅਸੀਂ, ਮੈਂ ਤਾਂ ਕੱਲ ਘੱਗਰ ਵੀ ਜਾ ਕੇ ਆਇਆ, ਜਿਹਨੇ 1.5 ਮਹੀਨੇ ਬਾਅਦ ਆਉਣਾ ਹੀ ਆਉਣਾ, ਘੱਗਰ ਚੜ੍ਹਦਾ ਹੀ ਚੜ੍ਹਦਾ। ਤੇ ਹੁਣ ਸਫਾਈ ਕਿਉਂ ਨਹੀਂ ਕਰਦੇ ਅਸੀਂ? ਉਦੋਂ ਕਿਉਂ ਫਿਰ ਗੱਟੇ ਲੱਭਦੇ ਫਿਰਦੇ ਹੁੰਦੇ ਆ? ਸੋ ਅਸੀਂ ਤਾਂ ਹਜੇ ਪੰਜਾਬ ਦੇ ਦਰਪੇਸ਼ ਜਿਹੜੇ ਮਸਲੇ ਨੇ, ਮੀਤ ਹੇਅਰ ਜੀ ਉਹ ਮੈਡੀਕਲ ਦੀਆਂ ਜਿਹੜੀਆਂ ਫੀਸਾਂ ਵਧਾਈਆਂ ਨੇ ਉਹਨਾਂ ਦੇ ਸੰਬੰਧ 'ਚ ਜਿਹੜਾ ਉਹ ਕਰਕੇ ਆਏ ਨੇ ਪ੍ਰੈਸ ਕਾਨਫਰੰਸ 'ਤੇ ਧਰਨਾ, ਠੀਕ ਹੈ ਨਾ। ਆ ਜਿਹੜਾ ਹੁਣ ਸ਼ਰਾਬ ਮਾਫੀ ਦਾ ਕਹਿੰਦੇ ਨੇ SIT ਬਣਾਈ ਹੈ, ਸ਼ੁਕਰ ਹੈ। ਕੱਲ ਉਹਨਾਂ ਨੇ ਆਪ ਹੀ ਕਿਹਾ SIT ਬਣਾਉਣ ਦਾ ਮਤਲਬ ਤਾਂ ਮੰਨ ਲਿਆ ਨਾ ਫਿਰ ਉਹਨਾਂ ਨੇ ਕਿ ਕੁਝ ਹੋਇਆ। तो ਉਹਦੇ ਵਾਸਤੇ ਸਾਡੇ ਬਰਸਟ ਸਾਹਿਬ ਨੇ ਤੇ ਚੀਮਾ ਸਾਹਿਬ ਨੇ ਪਟਿਆਲੇ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ। ਸੋ ਆਮ ਆਦਮੀ ਪਾਰਟੀ ਆਪਣਾ ਵਿਰੋਧੀ ਧਿਰ ਦਾ ਫਰਜ਼ ਨਿਭਾ ਰਹੀ ਹੈ, ਚਾਹੇ ਸੜਕਾਂ ਤੇ ਹੋਵੇ, ਵਿਧਾਨ ਸਭਾ ਤੇ ਪਾਰਲੀਮੈਂਟ ਤਾਂ ਇਹ ਚੱਲ ਨਹੀਂ ਰਹੀ। तो ਅਸੀਂ ਜਿੱਥੇ ਵੀ ਕੋਈ जुर्म होगा ਅਸੀਂ जावांगे। और गग्गर पे आप कल गए थे, एक वीडियो आपका देखा हमने सोशल मीडिया पर। हाँ। तो वहाँ पर किसान, पिछले साल जो तबाही हुई थी, हमने पूरा सब नेशनल चैनल्स ने, पंजाब के मीडिया ने अच्छे से दिखाया, लेकिन उसके बाद भी वहाँ पे लोकल एडमिनिस्ट्रेशन सरकार जागी नहीं है। किसान 200 रुपए पर एकड़ खरीद के खुद ही वहाँ मरम्मत कर रहे हैं। तो क्या स्थिति आपको वहाँ पर लगी और क्या सरकार को कोई सुध है वहाँ? देखिए, मैंने 10 दिन पहले डिप्टी कमिश्नर से बात की कि मतलब मानसून टाइम पे है, टाइम पे मतलब जुलाई 15 के बाद घग्गर में पानी आएगा। ये कोई ऐसी बात नहीं है कि 10 साल बाद आएगा या 10 साल बाद एक बार आता है। हर साल घग्गर में बाढ़ आती है और उस समय फिर जो तैयारियां की जाती हैं, या उस समय मुआवजा की बात की, JCB नहीं मिल रही जी, ये जो बोरे हैं वो नहीं मिल रहे बांध पे लगाने के लिए। मैंने कहा अभी क्यों नहीं तैयारी करते हम? अभी क्यों नहीं उन बांधों को, उन किनारों को मजबूत किया जाता जहाँ पिछली बार वो टूटता है? तो कहते जी हम कर रहे हैं जी, हमने पैसा मांगा है, पैसा आ रहा है। तो कल मैं वहाँ पे गया, एक्सियन इरिगेशन जो एक्सियन ड्रेनेज वो आए थे वहाँ पे। हमने कहा जी इसके लिए पैसा आया है? लोग कह रहे जी हम तो 200 रुपये पर एकड़ अपना इकट्ठा करके काम कर रहे हैं।
और चल भी रहे हैं इस वक्त, जेसीबी और ट्रैक्टर लोगों के चल रहे हैं। कहते जी आप काम कर दो, 10 दिन बाद यहाँ पे धान की बुआई शुरू हो जाएगी, तब यहाँ ट्रैक्टर भी नहीं चलेंगे, कहीं से मिट्टी भी नहीं मिलेगी आपको। तो मैंने कहा जी, मैंने एडीसी साहब से पूछा जी, डी साहब से पूछा जी, जो 2,86,00,000 रुपया बाढ़ की रोकथाम के लिए, साफ सफाई के लिए नदियाँ नालों की जो संगरूर में आया है, उसमें घग्गर शामिल नहीं है। आपको जानकर हैरानी होगी, उसमें घग्गर शामिल नहीं। घग्गर को वो मतलब बाढ़, घग्गर के लिए स्पेशल बजट बनाते हैं। घग्गर के लिए 2,47,00,000 का अलग से बजट बना के भेजा हुआ है। वो अभी एस्टीमेट लगा के दिया है जी, चीफ सेक्रेटरी के पास पड़ा है, चीफ सेक्रेटरी के पास। मैंने कहा जी केरल क्रॉस कर गई है मॉनसून, वो वेट नहीं करेगी कि पंजाब सरकार ने अभी घग्गर का एस्टीमेट नहीं बनाया तो मैं रुक जाऊँ 10 दिन। मैं एमपी लेड से परसों मीटिंग रखी है, मूनक के एसडीएम के साथ, डीसी से बात करके, पंचायतों के साथ मैं बात करूंगा। पंचायत कह रहे जी हमें इनसे 10 गुना ज़्यादा का कम पैसे दे दीजिए, 10 गुना, हम अपने तरफ से बांध बना लेंगे, हमें इनके बांध पर यकीन नहीं है। अभी क्या हो रहा है, लोगों के खर्चे पे 2,000 रुपया पर आवर पे जेसीबी चल रही है वहाँ पे, कल देख के आया हूँ। उन जेसीबी की फ़ोटो खींच रही है गवर्नमेंट, जो प्रशासन है, और उनको अखबार में देकर ये कहा जा रहा है कि जंगी पद्धर से युद्ध स्तर पर काम चल रहा है वहाँ पे, और कर लोग रहे हैं वो। अगर जंग लग गई, अगर युद्ध हो गया तो ये ऐसे करेंगे कि लोग मतलब लोगों के जो साधन है लोग उसको ही। मैं मेरे पास एमपी लेड के पास देखो, वैसे तो मोदी सरकार ने हमारा बंद कर दिया अगले 2 साल का, पर मेरे पिछले एमपी लेड्स का मेरे पास पैसा पड़ा है। तो मैंने उनको कहा कि मैं जारी कर दूंगा, डिप्टी कमिश्नर जी को कहा कि आप रेड क्रॉस से या इधर उधर से कर लो, जितनी देर इनका एस्टीमेट नहीं बनता हम जारी कर, लेकिन काम नहीं रुकने देंगे हम, जेसीबी चल रही हैं अभी तक। हाँ, मैं अपने एमपी लेड से करूँगा। ठीक है, चाइना बॉर्डर पे आज इंडिया और चाइना की बातचीत चल रही है। दूसरा सवाल ये बनता है, क्या विदेश नीति भारत की फेल हुई है? नेपाल, चाइना, पाकिस्तान, भूटान, जो नेबरिंग कंट्रीज हैं, कहीं ना कहीं वहाँ से जो रिएक्शन आ रहे हैं वो कहीं अच्छे संकेत। बिल्कुल बिल्कुल, ये फेलियर ऑफ फॉरेन पॉलिसी है कि हम अपने छोटे छोटे पड़ोसी भी हमें आंख दिखाते हैं। बांग्लादेश का टका हमारे से ऊपर चला गया रुपये से, तो हम इकोनॉमिकली भी और वैसे भी हम जो क्योंकि देखो जो उसने बयान दिया है, क्या नाम है उसका, बजाज, उसने क्या कहा था कि कोरोना के समय हमें वेस्ट की तरफ देखने की बजाय एशिया की तरफ देखना चाहिए था, कि हम छोटे छोटे देशों ने कैसे कंट्रोल किया उनका। आज हमारा ये कोई नहीं बता रहा यार, 6ठे नंबर पर आ गए आज, इटली को बीट कर दिया, 2,36,000 से ऊपर हो गए। अगला नंबर 287 वाले का है, ठीक है जी। अमेरिका आप 10 दिन में जो 9,000 10,000 की एवरेज हो गई है, 10 दिन में हम दूसरे नंबर पर आ जाएंगे। और ये कह रहे हैं कंट्रोल हो गया जी, तालियों से कहाँ हो गया। 18 दिन कहते महाभारत का युद्ध चला था, मोदी जी ने कहा था वाराणसी जाके, और इसके लिए मुझे 21 दिन दे दो कोरोना के लिए, तो कहाँ गए फिर वो 21 दिन। तो मतलब सब ये जुमलेबाजी चल रही है, और लूटने की जो ऐसी जो 20 लाख करोड़ के और ये ऑर्डिनेंस आ रहे हैं कि जो सांस बच रहा है थोड़ा बहुत गरीब में। हमने देखा है 2-2 हज़ार किलोमीटर पैदल चल के जा रहे हैं वो। एटलस कंपनी बंद हो गई, जो HMT घड़ी, वो जो आज़ादी के बाद सबसे बड़े हमारे ब्रांड थे, HMT एटलस, दोनों बंद जी। लोग जो हैं वो साइकिलों पर अभी भी, वो लड़की गुड़गांव से जो अपने गांव तक कई हज़ार किलोमीटर का सफ़र तय करके अपने पिता को लेके गई। ये हमारा भारत है जी आज का, तो दुखदायक है, शर्मनाक है। एक बड़ा रूमर है पिछले कई दिनों से, मैं चाहूँगा आप पंजाब यूनिट को लीड करते हैं तो आप सफाई दें उस पर। प्रशांत किशोर को लेकर बड़ी चर्चाएं हैं कि आम आदमी पार्टी चाहती है कि जिस तरह दिल्ली में उन्होंने कैंपेन किया, काफ़ी अच्छे रिजल्ट रहे, तो पंजाब में भी उनसे कैंपेनिंग स्ट्रेटजी बनवाई जाए। तो क्या ये सही बात है या ऐसी कोई बातचीत चल रही है? इस पर अगर आप बता पाएँ। नहीं, अभी तक हमारी तरफ से कोई ऐसा नहीं गया उनके पास, कोई ऐसा प्रस्ताव, तो ना ही दिल्ली ने हमसे, दिल्ली सरकार ने या दिल्ली की हमारी PAC ने हमसे ये पूछा है कुछ ऐसा प्रस्ताव। आप पर्सनली चाहते हैं कि इस तरह की कोई स्ट्रेटजी वो बनाएं? ये तो टाइम बताएगा। पहले कैप्टन साहब ने अपने 55 MLA से हाँ करवा रखी है, अब बाकी 35 ने पता नहीं क्यों नहीं की, तो ये तो बाद में बताएंगे ना। थैंक यू वेरी मच, थैंक यू फॉर योर टाइम।
जब तो फिर सभी को करना पड़ेगा। थोड़ा सा कमी सर, मैंने पिछली बार नहीं किया था। ले, फिर तो सभी आएंगे। मैंने किया नहीं था सर। तो ऐसा मत कर, इस बार भी ना कर फिर। किया नहीं नहीं, फिर सभी पता क्या, फिर सारा सभी नहीं करेगा कोई।